ਹੈਲੋ ਗਾਇਜ਼ ਐਮ ਸੋਨੀਆ ਫਰੋਮ ਗਲੋਬਲ ਮਾਈਲਸਟੋਨ। ਅੱਜ ਮੈਂ ਤੁਹਾਨੂੰ ਮਿਲਾਉਣ ਜਾ ਰਹੀ ਹਾਂ ਗਲੋਬਲ ਮਾਈਲਸਟੋਨ ਦੇ ਬੈਸਟ ਟ੍ਰੇਨਰ ਦੇ ਨਾਲ, ਜੋ ਕਿ ਰੀਡਿੰਗ ਐਕਸਪਰਟ ਆ। ਅੱਜ ਉਹ ਤੁਹਾਨੂੰ ਦੱਸਣਗੇ ਕਿ ਉਹ ਆਪਣੇ ਸਟੂਡੈਂਟਸ ਦੇ ਲਈ ਰੀਡਿੰਗ ਵਿੱਚ ਕੀ ਐਫਰਟਸ ਕਰ ਰਹੇ ਆ, ਪਲੱਸ ਅਸੀਂ ਉਹਨਾਂ ਤੋਂ ਪੁੱਛਾਂਗੇ ਕਿ ਇੱਥੋਂ ਦੇ ਸਟੂਡੈਂਟਸ ਕਿਵੇਂ ਇੰਪਰੂਵ ਕਰ ਰਹੇ ਆ। ਸੋ ਹੈਲੋ ਜਸਰੀਤ। She has 8.5 band score in reading, listening and 7 band in writing and speaking. ਸੋ ਜਸਰੀਤ, ਪਹਿਲਾਂ ਤਾਂ ਮੈਨੂੰ ਦੱਸੋ ਕਿ ਤੁਸੀਂ ਆਪਣੇ ਸਟੂਡੈਂਟਸ ਦੇ ਲਈ, ਗਲੋਬਲ ਮਾਈਲਸਟੋਨ ਦੇ ਸਟੂਡੈਂਟਸ ਦੇ ਲਈ ਕੀ ਐਫਰਟਸ ਕਰ ਰਹੇ ਹੋ ਜਿਨ੍ਹਾਂ ਨਾਲ ਉਹਨਾਂ ਦੇ ਮੋਡਿਊਲਸ ਦੇ ਵਿੱਚ ਉਹਨਾਂ ਦੀ ਇੰਪਰੂਵਮੈਂਟ ਆਵੇ। ਫਸਟ ਆਫ ਆਲ ਆਈ ਐਮ ਵੈਰੀ ਥੈਂਕਫੁਲ ਕਿ ਤੁਸੀਂ ਮੈਨੂੰ ਬੈਸਟ ਟ੍ਰੇਨਰ ਕਿਹਾ ਐਂਡ ਆਈ ਰੀਅਲੀ ਡੋਂਟ ਡਿਜ਼ਰਵ ਦਿਸ, ਬਟ ਮੈਂ ਇਹ ਤਾਂ ਜ਼ਰੂਰ ਕਹਿਣਾ ਚਾਹੂੰਗੀ ਕਿ ਗਲੋਬਲ ਮਾਈਲਸਟੋਨਸ ਇੱਕ ਬਹੁਤ ਵਧੀਆ ਪਲੈਟਫਾਰਮ ਆ ਫॉर ਸਟੂਡੈਂਟਸ ਹੂ ਆਰ ਫੇਸਿੰਗ ਡਿਫਿਕਲਟੀਜ਼ ਇਨ ਰੀਡਿੰਗ, ਬਿਕੋਜ਼ ਇੱਥੇ ਹਰੇਕ ਟਾਈਪ ਦੀ ਟਿਪਸ ਐਂਡ ਟ੍ਰਿਕਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਫॉर ਰੀਡਿੰਗ ਐਜ਼ ਵੈਲ ਐਜ਼ ਫॉर ਅਦਰ ਮੋਡਿਊਲਸ। ਕਿਉਂਕਿ ਰੀਡਿੰਗ ਦੇ ਵਿੱਚ ਕੀ ਆ ਕਿ ਬਹੁਤ ਪ੍ਰੋਬਲਮ ਆਉਂਦੀ ਆ ਬੱਚਿਆਂ ਨੂੰ, ਰੀਡਿੰਗ ਪੇਸ ਨੂੰ ਲੈ ਕੇ ਪ੍ਰੋਬਲਮ ਆਉਂਦੀ ਆ, ਉਹਨਾਂ ਨੂੰ ਟਾਈਮ ਮੈਨੇਜਮੈਂਟ ਵਿੱਚ ਪ੍ਰੋਬਲਮ ਆਉਂਦੀ ਆ। ਬਟ ਇੱਥੇ ਕੀ ਆ, ਟਾਈਮ ਮੈਨੇਜਮੈਂਟ ਦੇ ਨਾਲ ਨਾਲ ਰੀਡਿੰਗ ਦੇ ਸੈਸ਼ਨਸ ਵੀ ਕਰਵਾਏ ਜਾਂਦੇ ਨੇ, ਜਿੱਥੇ ਸਿਰਫ ਰੀਡਿੰਗ ਨਹੀਂ ਡਿਸਕਸ ਕੀਤੀ ਜਾਂਦੀ, ਆਰਟੀਕਲਸ ਜੋ ਐਕਸਟਰਨਲ ਹੁੰਦੇ ਨੇ ਫਰੋਮ ਨਿਊਜ਼ਪੇਪਰਸ ਐਂਡ ਔਨਲਾਈਨ ਆਰਟੀਕਲਸ ਦੇ ਆਰ ਆਲਸੋ ਡਿਸਕਸਡ ਹੇਅਰ। ਉਹਦੇ ਵਿੱਚੋਂ ਵੋਕੈਬਲਰੀ ਡਿਸਕਸ ਕੀਤੀ ਜਾਂਦੀ ਆ ਐਂਡ ਵੋਕੈਬਲਰੀ ਦੇ ਬੇਸਿਸ 'ਤੇ ਸਟੇਟਮੈਂਟਸ ਪ੍ਰੈਕਟਿਸ ਕਰਵਾਈਆਂ ਜਾਂਦੀਆਂ ਨੇ, ਜਿਸ ਨਾਲ ਬੱਚੇ ਦੀ ਰੀਡਿੰਗ ਪੇਸ ਵੀ ਵੱਧਦੀ ਆ, ਪਲੱਸ ਉਹਨਾਂ ਦਾ ਇੰਟਰਸਟ ਵੀ ਗਰੋ ਹੁੰਦਾ ਆ। ਇੱਕ ਰੀਡਿੰਗ ਦੀ ਡਿਸਕਸ਼ਨ ਵੀ ਇੱਥੇ ਡੇਲੀ ਬੇਸਿਸ 'ਤੇ ਹੁੰਦੀ ਆ, ਦੈਟ ਆਈ ਲਾਈਕ ਦ ਮੋਸਟ, ਕਿਉਂਕਿ ਕਈ ਇੰਸਟੀਟਿਊਟਸ ਕੀ ਕਰਦੇ ਨੇ, ਅੱਜ ਪੜ੍ਹਾ ਦਿੰਦੇ ਨੇ, ਕੱਲ੍ਹ ਰੀਡਿੰਗ ਦੀ ਡਿਸਕਸ਼ਨ ਕਰਾਵਾਂਗੇ, ਸੋ ਦੈਟ ਇਜ਼ ਅ ਕੰਪਲੀਟ ਵੇਸਟ ਆਫ ਟਾਈਮ। ਜੋ ਇੱਥੇ ਰੀਡਿੰਗ ਡਿਸਕਸ਼ਨ ਡੇਲੀ ਬੇਸਿਸ 'ਤੇ ਹੁੰਦੀ ਆ, ਦੈਟ ਆਈ ਲਾਈਕ ਦ ਮੋਸਟ। ਮੋਰ ਓਵਰ ਟਿਪਸ ਐਂਡ ਟ੍ਰਿਕਸ ਹਰ ਇੱਕ ਟਾਈਪ ਦੇ ਕੁਐਸਚਨਸ ਨੂੰ ਲੈ ਕੇ ਨੇ। ਤੁਹਾਨੂੰ MCQs ਵਿੱਚ ਪ੍ਰੋਬਲਮ ਆ ਰਹੀ ਆ ਤਾਂ ਇੱਥੇ ਐਲੀਮੀਨੇਸ਼ਨ ਮੈਥਡ ਹੈ, ਠੀਕ ਹੈ ਨਾ। ਤੁਹਾਨੂੰ ਕੋਈ ਟੈਕਨੀਕ ਵਿੱਚ ਪ੍ਰੋਬਲਮ ਆ ਰਹੀ ਹੈ, ਜਿੱਦਾਂ ਸਮਰੀ ਵਿੱਚ ਪ੍ਰੋਬਲਮ ਆ ਰਹੀ ਆ, ਤਾਂ ਤੁਹਾਨੂੰ ਇਹ ਦੱਸਿਆ ਜਾਂਦਾ ਕਿ ਤੁਸੀਂ ਬੇਸਿਕ ਆਈਡੀਆ ਕਿਸ ਤਰ੍ਹਾਂ ਲੈਣਾ ਹੈ ਪੈਰਾਗ੍ਰਾਫਸ ਵਿੱਚੋਂ, ਅਤੇ ਕਿੱਦਾਂ ਇਸ ਚੀਜ਼ ਨੂੰ ਟਰਾਂਸਫਾਰਮ ਕਰਕੇ ਤੁਸੀਂ ਇੱਕ ਆਈਡੀਆ ਲੈ ਕੇ ਆਨਸਰ ਫਾਈਂਡ ਕਰਨਾ ਆ। ਸੋ ਆਈ ਲਵ ਦੀਜ਼ ਥਿੰਗਸ ਦ ਮੋਸਟ ਅਬਾਊਟ ਦਿਸ ਇੰਸਟੀਟਿਊਟ। ਓਕੇ, ਐਂਡ ਤੁਸੀਂ ਕਿਸ ਤਰ੍ਹਾਂ ਦਾ ਮਟੀਰੀਅਲ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਹੋ ਜੋ ਕਿ ਉਹਨਾਂ ਦੀ ਰੀਡਿੰਗ ਵਿੱਚ ਹੈਲਪ ਕਰ ਰਿਹਾ ਵਾ? ਮੈਮ ਮਟੀਰੀਅਲ ਯੂਜੂਅਲੀ ਔਨਲਾਈਨ ਪ੍ਰੋਵਾਈਡ ਕੀਤਾ ਜਾਂਦਾ ਹੈ, ਠੀਕ ਹੈ ਨਾ। ਔਨਲਾਈਨ ਸਾਰੀਆਂ ਚੀਜ਼ਾਂ ਪ੍ਰਿੰਟ ਕਰਵਾ ਕੇ ਦਿੱਤੀਆਂ ਜਾਂਦੀਆਂ ਨੇ ਬੱਚਿਆਂ ਨੂੰ, ਐਂਡ ਦ ਮਟੀਰੀਅਲ ਇਜ਼ ਰੀਅਲੀ ਫਰੈਸ਼। ਇੱਦਾਂ ਨਹੀਂ ਹੈਗਾ ਕਿ ਇੱਕ ਰੀਡਿੰਗ ਵਾਰ-ਵਾਰ ਰਿਪੀਟ ਹੋ ਰਹੀ ਆ, ਰੋਜ਼ ਫਰੈਸ਼ ਰੀਡਿੰਗ ਪ੍ਰੋਵਾਈਡ ਕੀਤੀ ਜਾਂਦੀ ਆ। ਪਲੱਸ ਇੱਦਾਂ ਵੀ ਕੋਈ ਇਸ਼ੂ ਨਹੀਂ ਹੈਗਾ ਜਿਵੇਂ ਕਈ ਇੰਸਟੀਟਿਊਟਸ ਵਿੱਚ ਹੁੰਦਾ ਦੈਟ ਯੂ ਕਾਂਟ ਰਾਈਟ ਔਨ ਦ ਰੀਡਿੰਗ, ਯੂ ਕਾਂਟ ਅੰਡਰਲਾਈਨ ਸਮਥਿੰਗ ਔਰ ਯੂ ਕਾਂਟ ਹਾਈਲਾਈਟ ਸਮਥਿੰਗ। You can do whatever you want to do with the reading once it is in your hands, and that is the best part. The students can learn comfortably. ਓਕੇ, ਸੋ ਵੈਸੇ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੀਆਂ ਰੀਡਿੰਗ 'ਚ ਪ੍ਰੋਬਲਮਸ ਆ ਰਹੀਆਂ? ਜਿਵੇਂ ਕਈ ਸਟੂਡੈਂਟਸ ਨੂੰ ਰੀਡਿੰਗ ਬਹੁਤ ਬੋਰਿੰਗ ਲੱਗਦੀ ਆ, ਉਹਨੂੰ ਇੰਟਰਸਟਿੰਗ ਬਣਾਉਣ ਦੇ ਲਈ ਤੁਸੀਂ ਕੀ ਐਫਰਟਸ ਕਰ ਰਹੇ ਹੋ, ਕਿ ਉਹਨਾਂ ਦੀ ਪ੍ਰੋਬਲਮ ਕਿਸ ਤਰ੍ਹਾਂ ਸੌਟ ਆਊਟ ਕਰ ਰਹੇ ਹੋ, ਅਤੇ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਰਹੀਆਂ, ਇਹ ਵੀ ਦੱਸ ਦਿਓ ਪਲੀਜ਼। ਹਾਂਜੀ ਮੈਮ, ਪ੍ਰੋਬਲਮਸ ਬੇਸਿਕਲੀ ਬੱਚਿਆਂ ਨੂੰ MCQs ਵਿੱਚ ਆਉਂਦੀਆਂ ਨੇ, ਬਲੈਂਕਸ ਐਂਡ ਸਮਰੀ ਵਿੱਚ ਆਉਂਦੀਆਂ ਨੇ, ਪਲੱਸ ਲਿਸਟ ਆਫ ਹੈਡਿੰਗਸ ਦੇ ਵਿੱਚ ਮੈਂ ਦੇਖਿਆ ਕਿ ਬਹੁਤ ਸਟੂਡੈਂਟ ਸਫਰ ਕਰਦੇ ਨੇ। ਉਹ ਕੀ ਕਰਦੇ ਨੇ, ਦੈਟ ਲਿਸਟ ਆਫ ਹੈਡਿੰਗਸ ਨੂੰ ਕਿਸੇ ਇੱਕ ਪੈਰਾਗ੍ਰਾਫ ਦੇ ਨਾਲ ਜੋੜ ਲੈਂਦੇ ਨੇ, ਦੈਨ ਉਹ ਨੈਕਸਟ ਪੈਰਾਗ੍ਰਾਫ ਨਾਲ ਟਰਾਂਸਫਾਰਮ ਕਰ ਦਿੰਦੇ ਆ, ਬਟ ਦੈਟ ਇਜ਼ ਨਾਟ ਦ ਰਾਈਟ ਮੈਥਡ। ਲਿਸਟ ਆਫ ਹੈਡਿੰਗਸ ਦੇ ਵਿੱਚ ਵੀ ਤੁਸੀਂ ਇੱਕ ਪੈਰਾਗ੍ਰਾਫ ਦਾ ਬੇਸਿਕ ਆਈਡੀਆ ਲੈਣਾ ਆ, ਐਂਡ ਦੈਨ ਯੂ ਹੈਵ ਟੂ ਵਰਕ ਔਨ ਇਟ। ਸੋ ਦੀਜ਼ ਆਰ ਦ ਕਾਈਂਡਸ ਆਫ ਪ੍ਰੋਬਲਮ ਸਟੂਡੈਂਟਸ ਆਰ ਫੇਸਿੰਗ। ਪਲੱਸ ਰੀਡਿੰਗ ਨੂੰ ਇੰਟਰਸਟਿੰਗ ਬਣਾਉਣ ਲਈ ਅਸੀਂ ਉਸ ਵਿੱਚ ਨਿਊ ਫਨ ਵਰਡਸ ਐਡ ਕਰਦੇ ਹਾਂ, ਅਤੇ ਜੋ ਫਨ ਵਰਡਸ ਅਸੀਂ ਐਕਸਟਰੈਕਟ ਕਰਦੇ ਹਾਂ ਰੀਡਿੰਗ ਵਿੱਚੋਂ, ਉਸ ਨਾਲ ਅਸੀਂ ਫਨ ਗੇਮਸ ਖੇਲਦੇ ਹਾਂ ਔਨ ਦ ਵਾਈਟ ਬੋਰਡ ਆਫਟਰ ਵੀ ਆਰ ਫਿਨਿਸ਼ਡ ਵਿਦ ਦ ਡਿਸਕਸ਼ਨ, ਸੋ ਦੈਟ ਮੇਕਸ ਇਟ ਮੋਰ ਇੰਟਰਸਟਿੰਗ। ਐਂਡ ਬਾਕੀ ਮੋਡਿਊਲਸ ਵਿੱਚ ਤੁਸੀਂ ਕਿੱਦਾਂ ਕਵਰ ਅਪ ਕਰ ਰਹੇ ਹੋ ਸਟੂਡੈਂਟਸ ਨੂੰ? ਅਗਰ ਕਿਸੇ ਨੂੰ ਰਾਈਟਿੰਗ ਜਾਂ ਸਪੀਕਿੰਗ 'ਚ ਕੁਝ ਪ੍ਰੋਬਲਮ ਆ ਰਹੀ ਹੈ ਤਾਂ ਉਹਦੇ ਲਈ ਕੀ ਕਰ ਰਹੇ ਹੋ ਤੁਸੀਂ? ਰਾਈਟਿੰਗ ਲਈ ਵੀ ਮੈਮ ਸਪੈਸ਼ਲ ਟਿਪਸ ਐਂਡ ਟ੍ਰਿਕਸ ਨੇ। ਰਾਈਟਿੰਗ ਲਈ ਸਪੈਸ਼ਲ ਥੀਸਿਸ ਲਾਈਨਸ ਨੇ, ਸਪੈਸ਼ਲ ਵਰਡਸ ਨੇ ਜੋ ਤੁਸੀਂ ਯੂਜ਼ ਕਰਕੇ ਆਪਣੀ ਰਾਈਟਿੰਗ ਨੂੰ ਇੰਪ੍ਰੈਸਿਵ ਬਣਾ ਸਕਦੇ ਹੋ। ਇੱਕ ਤਾਂ ਮੈਥਡ ਹੁੰਦਾ ਆ ਕਿ ਤੁਹਾਨੂੰ ਸਿੰਪਲੀ ਕੰਪਲੈਕਸ ਸੈਂਟੈਂਸਿਸ ਦੇ ਦਿੱਤੇ ਜਾਂਦੇ ਆ, ਜਿਸ ਨਾਲ ਤੁਸੀਂ ਆਪਣੀ ਰੀਡਿੰਗ ਨੂੰ ਇੰਪ੍ਰੈਸਿਵ ਤਾਂ ਬਣਾ ਸਕਦੇ ਹੋ, ਪਰ ਰੀਡਿੰਗ ਵਿੱਚ ਇੱਕ ਕੋਹੈਰੈਂਸ ਅਤੇ ਕੋਹੇਜ਼ਨ ਲੈਕ ਕਰਦੀ ਆ। ਸੋ ਇੱਥੇ ਜੋ ਸੈਂਟੈਂਸਿਸ ਪ੍ਰੋਵਾਈਡ ਕੀਤੇ ਜਾਂਦੇ ਨੇ ਉਹ ਸਿੰਪਲ ਹੋਣ ਦੇ ਨਾਲ ਨਾਲ ਇੰਪ੍ਰੈਸਿਵ ਵੀ ਨੇ, ਜੋ ਲਾਈਫ ਲੌਂਗ ਤੁਹਾਡੇ ਨਾਲ ਰਹਿਣਗੇ। ਪਲੱਸ ਸਪੀਕਿੰਗ ਦੇ ਵਿੱਚ ਇੱਥੇ ਸਪੈਸ਼ਲ ਇੰਟਰਵਿਊਜ਼ ਹੁੰਦੇ ਨੇ ਜੋ ਰਿਕਾਰਡ ਕੀਤੇ ਜਾਂਦੇ ਨੇ, ਅਤੇ ਸਟੂਡੈਂਟਸ ਉਹਨਾਂ ਵਿੱਚੋਂ ਓਬਜ਼ਰਵ ਕਰਕੇ ਆਪਣੀਆਂ ਮਿਸਟੇਕਸ ਸਹੀ ਕਰ ਸਕਦੇ ਨੇ। ਦੈਟ ਇਜ਼ ਦ ਬੈਸਟ ਪਾਰਟ। ਓਕੇ, ਐਂਡ ਗਲੋਬਲ ਮਾਈਲਸਟੋਨ ਦੇ ਕੀ ਰਿਜ਼ਲਟਸ ਵਗੈਰਾ ਆ ਰਹੇ ਆਇਲਸ ਦੇ? ਮੈਮ ਰਿਜ਼ਲਟਸ ਐਜ਼ ਆਈ ਹੈਵ ਰੀਸੈਂਟਲੀ ਜੁਆਇਨਡ, ਬਟ ਆਈ ਐਮ ਫੀਲਿੰਗ ਵੈਰੀ ਗੁੱਡ ਹੇਅਰ। ਰਿਜ਼ਲਟਸ ਕਈ ਬੱਚਿਆਂ ਦੇ 9 ਬੈਂਡ ਸਕੋਰ ਵੀ ਆ ਰਹੇ ਹਨ, ਡਿਫਰੈਂਟ ਮੋਡਿਊਲਸ ਐਂਡ ਈਵਨ ਇਨ ਅ ਸ਼ੋਰਟ ਟਾਈਮ। ਸੋ ਆਈ ਥਿੰਕ ਦੈਟ ਦਿਸ ਇਜ਼ ਦ ਬੈਸਟ ਪਾਰਟ। ਸੋ ਤੁਹਾਨੂੰ ਲੱਗਦਾ ਕਿ ਗਲੋਬਲ ਮਾਈਲਸਟੋਨ ਦੇ ਸਟੂਡੈਂਟਸ ਇੰਪਰੂਵ ਕਰ ਰਹੇ ਆ? ਲਾਈਕ ਫਸਟ ਡੇ ਜੋ ਹੁੰਦਾ ਉਸ ਤੋਂ ਬਾਅਦ ਉਹਨਾਂ 'ਚ ਕਿੰਨੇ ਕੁ ਟਾਈਮ 'ਚ ਇੰਪਰੂਵਮੈਂਟ ਆ ਜਾਂਦੀ ਹੈ? ਕਿੰਨੇ ਕੁ ਟਾਈਮ ਦਾ ਉਹਨਾਂ ਨੂੰ ਲੱਗ ਜਾਂਦਾ ਆਪਣੇ ਆਪ 'ਚ ਇੰਪਰੂਵਮੈਂਟ ਲਿਆਉਣ ਦੇ ਲਈ, ਐਗਜ਼ਾਮ ਦੇ ਲਈ ਪ੍ਰਪੇਅਰ ਹੋਣ ਦੇ ਲਈ ਕਿੰਨਾ ਕੁ ਟਾਈਮ ਸਫੀਸ਼ੀਐਂਟ ਹੋਏਗਾ? ਇੱਥੇ ਮੈਮ ਕੀ ਹੁੰਦਾ ਆ ਦੈਟ ਵਨਸ ਅ ਸਟੂਡੈਂਟ ਸਟਾਰਟਸ ਗੈਟਿੰਗ ਦ ਟ੍ਰੇਨਿੰਗ,
ਟ੍ਰੇਨਿੰਗ ਦੇ ਨਾਲ ਨਾਲ ਉਹਨਾਂ ਨੂੰ ਮੋਟੀਵੇਟ ਵੀ ਕੀਤਾ ਜਾਂਦਾ ਹੈ, ਪਰਸਨਲੀ ਮੋਟੀਵੇਟ ਕੀਤਾ ਜਾਂਦਾ, ਠੀਕ ਹੈ ਨਾ। ਦ ਟੀਚਰਸ ਦੈਟ ਆਰ ਹੇਅਰ, ਦ ਟ੍ਰੇਨਰਸ, ਦੇ ਆਰ ਰੀਅਲੀ ਗੁੱਡ ਮੋਟੀਵੇਟਰਸ। ਉਹ ਕੋਈ ਪ੍ਰੈਸ਼ਰ ਨਹੀਂ ਪਾਉਂਦੇ ਹੈਗੇ ਬੱਚੇ 'ਤੇ ਸਟੱਡੀ ਦਾ, ਪਲੱਸ ਦੇ ਮੋਟੀਵੇਟ ਦੈਮ ਟੂ ਰੀਚ ਆਊਟ ਟੂ ਰਿਅਲਾਈਜ਼ ਦੇਅਰ ਪੋਟੈਂਸ਼ੀਅਲ। So that's the best part, and once the student starts improving, he only improves. ਉਹ ਡੀਗ੍ਰੇਡ ਨਹੀਂ ਹੁੰਦੇ ਹੈਗੇ, but I can see the improvement in them. ਸੋ ਤੁਹਾਨੂੰ ਕੀ ਲੱਗਦਾ ਕਿ ਆਰਟਸ ਦੀ ਟ੍ਰੇਨਿੰਗ ਦੇ ਲਈ ਫੁੱਲ ਬੈਚ ਵੀ ਤੁਸੀਂ ਪ੍ਰੋਵਾਈਡ ਕਰ ਰਹੇ ਹੋ, ਹਾਫ ਬੈਚ ਵੀ ਪ੍ਰੋਵਾਈਡ ਕਰ ਰਹੇ ਹੋ? ਲਾਈਕ ਬੱਚੇ ਕੀ ਪ੍ਰੈਫਰ ਕਰ ਰਹੇ ਆ, ਫੁੱਲ ਬੈਚ ਔਰ ਹਾਫ ਬੈਚ? ਲਾਈਕ ਮੋਸਟ ਆਫ ਦ ਸਟੂਡੈਂਟਸ ਹਾਫ ਬੈਚ ਪ੍ਰੈਫਰ ਕਰ ਰਹੇ ਆ, ਕਿਉਂਕਿ ਇੱਥੇ ਕੀ ਆ, ਹਾਫ ਬੈਚ ਦੇ ਵਿੱਚ ਸਾਰੇ ਮੋਡਿਊਲਸ ਕਵਰ ਅਪ ਹੋ ਰਹੇ ਆ, ਐਂਡ ਦੈਟ ਟੂ ਐਟ ਦਾ ਹਾਫ ਫੀਸ। ਬਹੁਤ ਕੰਸੈਸ਼ਨ ਦਿੱਤਾ ਜਾਂਦਾ ਹੈ ਇੱਥੇ ਫੀਸ 'ਤੇ, ਐਂਡ ਦੈਟ ਇਜ਼ ਕੰਪਲੀਟਲੀ ਅਪ ਟੂ ਦ ਵਿਸ਼ ਆਫ ਦ ਸਟੂਡੈਂਟ ਕਿ ਉਹ ਫੁੱਲ ਬੈਚ ਲਗਾਉਣਾ ਚਾਹੁੰਦੇ ਆ ਜਾਂ ਹਾਫ ਬੈਚ। ਤੁਹਾਨੂੰ ਕੀ ਲੱਗਦਾ ਕਿ ਬੈਨੀਫਿਟ ਜ਼ਿਆਦਾ ਕਿਹਦੇ ਵਿੱਚ ਹੋਏਗਾ, ਫੁੱਲ ਬੈਚ 'ਚ ਕਿ ਹਾਫ ਬੈਚ? ਅਕੋਰਡਿੰਗ ਟੂ ਮਾਈ ਵਿਊ ਆਫ ਪੁਆਇੰਟ, ਫੁੱਲ ਬੈਚ ਵਿੱਚ ਜ਼ਿਆਦਾ ਬੈਨੀਫਿਟ ਹੋਏਗਾ, ਕਿਉਂਕਿ ਜਦ ਫਸਟ ਬੈਚ ਵਿੱਚ ਹੀ ਸਭ ਕੁਝ ਕਵਰ ਅਪ ਕਰਾ ਦਿੱਤਾ ਜਾਂਦਾ, ਦੈਟ ਦ ਪਰਸਨ ਕੈਨ ਡੂ ਦ ਮੋਡਿਊਲਸ ਅਗੇਨ ਇਨ ਦ ਸੈਕਿੰਡ ਬੈਚ। ਓਕੇ, ਉਹਦੇ ਵਿੱਚ ਤੁਸੀਂ ਕੁਝ ਸਪੈਸ਼ਲ ਕਰਵਾਉਂਦੇ ਹੋ? ਫੁੱਲ ਬੈਚ ਵਿੱਚ ਜਦੋਂ ਹਾਫ ਬੈਚ ਤੋਂ ਬਾਅਦ ਬੱਚੇ ਲਗਾਉਂਦਾ ਫਿਰ ਨੈਕਸਟ ਬੈਚ, ਉਹਦੇ ਵਿੱਚ ਕੁਝ ਸਪੈਸ਼ਲ ਕਲਾਸਿਸ ਹੁੰਦੀਆਂ ਉਹਨਾਂ ਲਈ? ਹਾਂਜੀ ਮੈਮ, ਸਪੈਸ਼ਲ ਕਲਾਸਿਸ ਇੱਦਾਂ ਹੁੰਦੀਆਂ ਨੇ ਕਿ ਟ੍ਰਿਪਸ ਐਂਡ ਟ੍ਰਿਕਸ ਹਰੇਕ ਬੱਚੇ ਨੂੰ ਇੰਡੀਵਿਜੂਅਲੀ ਦਿੱਤੀਆਂ ਜਾਂਦੀਆਂ ਨੇ, ਜਿੱਦਾਂ ਇੰਡੀਵਿਜੂਅਲ ਪ੍ਰੋਬਲਮ ਐਡਰੈਸ ਕੀਤੀ ਜਾਂਦੀ ਹੈ। ਵੈਸੇ ਤਾਂ ਉਹ ਫਸਟ ਬੈਚ ਵਿੱਚ ਵੀ ਹੋ ਜਾਂਦੀ ਆ, ਬਟ ਜੋ ਸੈਕਿੰਡ ਬੈਚ ਵਿੱਚ ਆਪਾਂ ਅਟੈਂਸ਼ਨ ਪ੍ਰੋਵਾਈਡ ਕਰਦੇ ਹਾਂ, ਦੈਟ ਇਜ਼ ਮੋਰ ਸਪੈਸ਼ਲ, ਕਿਉਂਕਿ ਉਹ ਇੱਕ ਅਜਿਹਾ ਟਾਈਮ ਹੁੰਦਾ ਹੈ ਕਿ ਬੱਚਾ ਇੱਕ ਮੈਂਟਲ ਪੈਟਰਨ ਬਣ ਜਾਂਦਾ ਹੈ। ਸੁਬਾਹ ਤੋਂ ਜਦ ਬੱਚਾ ਬੈਠਾ ਹੁੰਦਾ ਹੈ ਕਲਾਸ ਵਿੱਚ, ਤਾਂ ਉਹਦਾ ਇੱਕ ਮੈਂਟਲ ਪੈਟਰਨ ਬਣ ਜਾਂਦਾ ਹੈ ਲਰਨਿੰਗ ਦਾ। ਅ ਬ੍ਰੇਕ ਇਜ਼ ਪ੍ਰੋਵਾਈਡਡ ਬਿਫੋਰ ਦ ਸਟਾਰਟਿੰਗ ਆਫ ਦ ਸੈਕਿੰਡ ਬੈਚ, ਅਤੇ ਜਦੋਂ ਬੱਚਾ ਰਿਫਰੈਸ਼ ਹੋ ਜਾਂਦਾ, ਦੈਨ ਹੀ ਸਟਾਰਟਸ ਲਰਨਿੰਗ ਅਗੇਨ। ਤਾਂ ਉਸ ਲਰਨਿੰਗ ਇਨਵਾਇਰਮੈਂਟ ਦੇ ਵਿੱਚ ਹੀ ਬੱਚਾ ਹੋਰ ਜ਼ਿਆਦਾ ਪ੍ਰੋਫੀਸ਼ੀਐਂਟਲੀ ਸਿੱਖਦਾ ਆ। ਕਈ ਸਟੂਡੈਂਟਸ ਦੀ ਕੁਐਰੀ ਰਹਿੰਦੀ ਹੈ ਕਿ ਕੀ 1 ਮੰਥ ਸਫੀਸ਼ੀਐਂਟ ਹੈ ਉਹਨਾਂ ਦੇ ਆਸ ਲਈ, ਜਾਂ ਕਿੰਨੇ ਟਾਈਮ ਦਾ ਇਹ ਕੋਰਸ ਹੁੰਦਾ ਵਾ? ਸੋ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ? ਵੈਲ, ਉਹਨਾਂ ਲਈ ਮੈਂ ਇੱਕੋ ਗੱਲ ਕਹਿਣਾ ਚਾਹੂੰਗੀ, ਦੈਟ ਟਾਈਮ ਡਜ਼ਨਟ ਮੈਟਰ, ਯੂਰ ਕੌਨਫੀਡੈਂਸ ਮੈਟਰਸ ਦ ਮੋਸਟ। ਵੰਸ ਯੂ ਸਟਾਰਟ ਫੀਲਿੰਗ ਕੌਨਫੀਡੈਂਸ ਵਿਦ ਯੂਰ ਸਕੋਰਸ, ਕਿ ਤੁਹਾਡੇ ਸਕੋਰਸ ਹੈ ਨਾ ਟਿਕਣ ਲੱਗ ਜਾਂਦੇ ਆ ਐਟ ਅ ਪਰਟੀਕੂਲਰ ਪੁਆਇੰਟ, ਲਾਈਕ ਯੂ ਆਰ ਗੈਟਿੰਗ ਅਬਵ 30 ਐਵਰੀ ਡੇ, ਐਂਡ ਯੂ ਆਰ ਕੁਆਇਟ ਕੌਨਫੀਡੈਂਟ ਆਫ ਯੂਰ ਐਬਿਲਿਟੀਜ਼ ਦੈਟ ਯੂ ਕੈਨ ਸਕੋਰ ਵੈਲ, then only you should give the exams. Time doesn't matter, confidence does, and I am damn sure that this institute is going to provide you with the confidence that you are lacking. Do visit here. ਥੈਂਕ ਯੂ ਸੋ ਮਚ। ਸੋ ਜਿਵੇਂ ਕਿ ਗਾਇਸ ਤੁਸੀਂ ਦੇਖਿਆ ਕਿ ਜਸਰੀਤ ਮੈਮ ਜਿਨ੍ਹਾਂ ਦੇ 8.5 ਰੀਡਿੰਗ 'ਚ ਆ, 8.5 ਲਿਸਨਿੰਗ 'ਚ, ਰਾਈਟਿੰਗ ਸਪੀਕਿੰਗ 7, ਉਹ ਬਹੁਤ ਹੀ ਜ਼ਿਆਦਾ ਐਫਰਟਸ ਕਰ ਰਹੇ ਆ ਆਪਣੇ ਸਟੂਡੈਂਟਸ ਦੇ ਲਈ। ਸੋ ਅਗਰ ਤੁਹਾਨੂੰ ਵੀ ਕੁਝ ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ 'ਚ ਪ੍ਰੋਬਲਮ ਆ ਰਹੀ ਆ, ਸੋ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਗਲੋਬਲ ਮਾਈਲਸਟੋਨ, ਤੇ ਮਿਲੋ ਸਾਡੇ ਐਕਸਪਰਟ ਟ੍ਰੇਨਰਸ ਨੂੰ। ਥੈਂਕ ਯੂ ਸੋ ਮਚ।